ਅਸੀਂ ਅੱਜ ਇਲੈਕਟ੍ਰਿਕ ਪੋਟੈਂਸ਼ੀਅਲ ਅਤੇ ਪੋਟੈਂਸ਼ੀਅਲ ਡਿਫਰੈਂਸ ਡਿਸਕਸ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਇੱਕ ਇੰਪੋਰਟੈਂਟ ਪੈਰਾਗ੍ਰਾਫ ਡਿਸਕਸ ਕਰ ਲੈਂਦੇ ਹਾਂ। ਫਲੋ ਆਫ ਚਾਰਜ ਇਨਸਾਈਡ ਏ ਵਾਇਰ। ਹਾਊ ਡਜ਼ ਏ ਮੈਟਲ ਕੰਡਕਟ ਇਲੈਕਟ੍ਰਿਸਿਟੀ। ਕਿਸੇ ਮੈਟਲ ਦੇ ਵਿੱਚ, ਕਿਸੇ ਧਾਤ ਦੇ ਵਿੱਚ ਇਲੈਕਟ੍ਰਿਸਿਟੀ ਕਿਵੇਂ ਲੰਘਦੀ ਹੈ, ਕਿਵੇਂ ਕੰਡਕਟ ਕਰਦੀ ਹੈ। You would think that a low energy electron would have great difficulty passing through a solid conductor। ਤੁਸੀਂ ਸੋਚਦੇ ਹੋਵੋਗੇ ਕਿ ਲੋ ਐਨਰਜੀ ਵਾਲੇ ਇਲੈਕਟ੍ਰੋਨ ਨੂੰ ਇਸ ਸੋਲਿਡ ਕੰਡਕਟਰ ਨੂੰ ਇਸ ਠੋਸ ਕੰਡਕਟਰ ਨੂੰ ਪਾਸ ਕਰਨ ਵਿੱਚ ਮੁਸ਼ਕਲ ਆਉਂਦੀ ਹੋਵੇਗੀ। ਇਨਸਾਈਡ ਦੀ ਸੋਲਿਡ the atoms are packed together with very little space between them। ਸੋਲਿਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਐਟਮ ਹੈ ਉਹ ਇੱਕ ਦੂਜੇ ਨਾਲ ਕਲੋਜ਼ਲੀ ਪੈਕ ਹੁੰਦੇ ਨੇ, ਬਿਲਕੁਲ ਨੇੜੇ ਨੇੜੇ ਪੈਕ ਕੀਤੇ ਹੁੰਦੇ ਨੇ। ਬਟ ਇਟ ਟਰਨ ਆਊਟ ਦੈਟ ਇਲੈਕਟ੍ਰੋਨਸ ਆਰ ਏਬਲ ਟੂ ਟਰੈਵਲ ਥਰੂ ਏ ਪਰਫੈਕਟ ਸੋਲਿਡ ਕ੍ਰਿਸਟਲ ਸਮੂਥਲੀ ਐਂਡ ਈਜ਼ਲੀ, ਆਲਮੋਸਟ ਐਜ਼ ਇਫ ਦੇ ਵਰ ਇਨ ਦਾ ਵੈਕਿਊਮ। ਪਰ ਜੋ ਇਲੈਕਟ੍ਰੋਨ ਹੈ ਉਹ ਪਰਫੈਕਟਲੀ ਸੋਲਿਡ ਦੇ ਵਿੱਚ, ਜੋ ਸੋਲਿਡ ਹੁੰਦਾ ਹੈ ਉਸਦੀ ਕ੍ਰਿਸਟਲਾਈਨ ਫੋਰਮ ਦੇ ਵਿੱਚ ਈਜ਼ਲੀ ਜਿਹੜਾ ਹੈ ਟਰੈਵਲ ਕਰ ਸਕਦੇ ਨੇ, ਈਜ਼ਲੀ ਚੱਲ ਸਕਦੇ ਨੇ। ਇਸ ਤਰ੍ਹਾਂ ਚੱਲਦੇ ਨੇ ਜਿਵੇਂ ਕਿ ਉਹ ਵੈਕਿਊਮ ਦੇ ਵਿੱਚ, ਇੱਕ ਖਲਾਅ ਦੇ ਵਿੱਚ ਚੱਲਦੇ ਨੇ। The motion of the electron in a conductor, however, is very different from that of the charge in the empty space। ਪਰ ਇਹਨਾਂ ਦਾ ਜਿਹੜਾ ਮੋਸ਼ਨ ਹੈ ਉਹ ਬਿਲਕੁਲ ਅਲੱਗ ਹੈ, ਜਿਵੇਂ ਕਿ ਇਹ ਵੈਕਿਊਮ ਦੇ ਵਿੱਚ, ਇੱਕ ਐਮਟੀ ਸਪੇਸ ਦੇ ਵਿੱਚ ਮੋਸ਼ਨ ਕਰਦੇ ਨੇ। When a steady current flows through a conductor, the electrons in it move with a certain average drift speed। ਜਦ ਲਗਾਤਾਰ ਕਰੰਟ ਕਿਸੇ ਕੰਡਕਟਰ ਦੇ ਵਿੱਚੋਂ ਲੰਘਦਾ ਹੈ ਤਾਂ ਇਲੈਕਟ੍ਰੋਨ ਇੱਕ ਸਰਟੇਨ ਐਵਰੇਜ ਡਰਿਫਟ ਵੈਲੋਸਿਟੀ ਦੇ ਨਾਲ ਜੋ ਹੈ ਉਹ ਮੂਵ ਕਰਨ ਲੱਗਦੇ ਨੇ। One can calculate this drift speed of electron for a typical copper wire carrying a small current, and it is found to be actually very small, of order of 1 mm per second। ਕੋਈ ਵੀ ਇਸ ਡਰਿਫਟ ਸਪੀਡ ਨੂੰ, ਜਿਸ ਨੂੰ ਆਪਾਂ ਖਿਸਕਣੇ ਵਾਲੀ ਸਪੀਡ ਵੀ ਕਹਿ ਸਕਦੇ ਹਾਂ, ਉਸ ਨੂੰ ਇੱਕ ਕੋਪਰ ਵਾਇਰ ਦੇ ਵਿੱਚ ਫਾਈਂਡ ਕਰ ਸਕਦੇ ਹਨ, ਪਤਾ ਕਰ ਸਕਦੇ ਹਨ ਕਿ ਉਸ ਦੀ ਡਰਿਫਟ ਸਪੀਡ ਕੀ ਹੈ। ਪਰ ਇਹ ਬਹੁਤ ਹੀ ਸਮਾਲ ਹੁੰਦੀ ਹੈ, ਜਿਵੇਂ ਕਿ 1 mm per second। How is it then that an electric bulb light up as soon as we turn the switch on? ਫਿਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਜਿਵੇਂ ਹੀ ਅਸੀਂ ਸਵਿਚ ਔਨ ਕਰਦੇ ਹਾਂ ਤੇ ਬਲਬ ਜਗ ਪੈਂਦਾ ਹੈ, ਜਦਕਿ ਇਸ ਦੀ ਜਿਹੜੀ ਡਰਿਫਟ ਸਪੀਡ ਹੈ ਬਿਲਕੁਲ ਹੀ ਥੋੜੀ ਹੈ। It cannot be that a current starts only when an electron from one terminal of the electrical supply physically reaches the other terminal through the bulb, because the physical drift of electron in the conducting wire is very slow process। ਇਸ ਦਾ ਮਤਲਬ ਇਹ ਨਹੀਂ ਕਿ ਕਰੰਟ ਉਸ ਸਮੇਂ ਸਟਾਰਟ ਹੋਇਆ ਜਦ ਇਲੈਕਟ੍ਰੋਨ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਵੱਲ ਬਲਬ ਤੋਂ ਹੁੰਦੇ ਹੋਏ ਜਾਂਦੇ ਹਨ, ਕਿਉਂਕਿ ਜੋ ਭੌਤਿਕ ਖਿਸਕਣ ਦੀ, ਜੋ ਭੌਤਿਕ ਇਲੈਕਟ੍ਰੋਨ ਦੇ ਚੱਲਣ ਦੀ ਗਤੀ ਹੈ ਉਹ ਬਹੁਤ ਹੀ ਸਲੋ ਹੈ, ਬਹੁਤ ਹੀ ਧੀਮੀ ਹੈ। The exact mechanism of the current flow which take place with a speed close to a speed light is fascinating, but it is beyond the scope of this book। जो exact mechanism है, जो process है current flow ਦੀ, ਉਹ ਬਿਲਕੁਲ ਉਸਦੀ ਸਪੀਡ ਆਫ ਲਾਈਟ ਦੇ ਬਰਾਬਰ ਹੈ, ਜੋ ਕਿ ਇੱਕ ਬਹੁਤ ਹੀ ਅਟਰੈਕਟਿਵ ਮੈਕੈਨਿਜ਼ਮ ਹੈ, ਪਰ ਸਾਡੀ ਇਸ ਬੁੱਕ ਦੇ ਸਕੋਪ ਤੋਂ, ਖੇਤਰ ਤੋਂ ਬਾਹਰ ਹੈ। Do you feel like probing this question at an advanced level? ਕੀ ਤੁਸੀਂ ਇਸ ਤਰ੍ਹਾਂ ਦੇ ਕੁਐਸਚਨਾਂ ਨੂੰ ਉੱਚ ਪੱਧਰ 'ਤੇ ਜਾਣਨਾ ਪਸੰਦ ਕਰਦੇ ਹੋ? ਆਓ ਹੁਣ ਅਸੀਂ ਇਲੈਕਟ੍ਰਿਕ ਪੋਟੈਂਸ਼ੀਅਲ ਅਤੇ ਪੋਟੈਂਸ਼ੀਅਲ ਡਿਫਰੈਂਸ ਬਾਰੇ ਜਾਣਦੇ ਹਾਂ। ਇਲੈਕਟ੍ਰਿਕ ਪੋਟੈਂਸ਼ੀਅਲ ਐਂਡ ਪੋਟੈਂਸ਼ੀਅਲ ਡਿਫਰੈਂਸ। What makes the electron charge to flow? ਉਹ ਕੀ ਹੈ ਜੋ ਇਲੈਕਟ੍ਰਿਕ ਚਾਰਜ ਨੂੰ ਮੂਵ ਕਰਾਉਂਦਾ ਹੈ, ਫਲੋ ਕਰਾਉਂਦਾ ਹੈ। Let us consider the analogy of flow of water। ਆਓ ਇਸ ਨੂੰ ਪਾਣੀ ਵਗਣ ਦੀ
ਸਮਾਨਤਾ ਦੇ ਨਾਲ ਵਿਚਾਰ ਕਰਦੇ ਹਾਂ। ਚਾਰਜ ਡੂ ਨੋਟ ਫਲੋ ਇਨ ਏ ਕੋਪਰ ਵਾਇਰ ਬਾਈ ਥੈਮਸੈਲਫ। ਕੋਪਰ ਵਾਇਰ ਦੇ ਵਿੱਚ ਜਿਹੜੇ ਚਾਰਜ ਹੈ ਉਹ ਆਪਣੇ ਆਪ ਫਲੋ ਨਹੀਂ ਕਰਦੇ। ਜਸਟ ਐਜ਼ ਦੀ ਵਾਟਰ ਇਨ ਏ ਪਰਫੈਕਟਲੀ ਹੋਰੀਜੈਂਟਲ ਟਿਊਬ ਡਜ਼ ਨੋਟ ਫਲੋ। ਜਿਵੇਂ ਕਿ ਇੱਕ ਹੋਰੀਜੈਂਟਲ ਟਿਊਬ ਦੇ ਵਿੱਚ ਪਰਫੈਕਟਲੀ ਹੋਰੀਜੈਂਟਲ ਟਿਊਬ ਹੈ, ਉਸ ਦੇ ਵਿੱਚ ਪਾਣੀ ਆਪਣੇ ਆਪ ਫਲੋ ਨਹੀਂ ਕਰਦਾ, ਆਪਣੇ ਆਪ ਨਹੀਂ ਵਗਦਾ। If one end of the tube is connected to a tank of water kept at a higher level such that there is a pressure difference between the two ends of the tube, water flow out of the other end of the tube। ਇਸ ਤੋਂ ਅਸੀਂ ਜਾਣਿਆ ਹੈ ਕਿ ਕਿਵੇਂ ਇੱਕ ਹੋਰੀਜੈਂਟਲ ਪਾਈਪ ਦੇ ਵਿੱਚ, ਜੋ ਪਾਈਪ ਜ਼ਮੀਨ ਉੱਤੇ ਪਈ ਹੁੰਦੀ ਹੈ, ਉਸ ਦੇ ਵਿੱਚ ਪਾਣੀ ਕਿਸ ਤਰ੍ਹਾਂ ਫਲੋ ਕਰਦਾ ਹੈ, ਕਿਸ ਤਰ੍ਹਾਂ ਵਗਦਾ ਹੈ। ਹੁਣ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਮੈਟੈਲਿਕ ਵਾਇਰ ਦੇ ਵਿੱਚ, ਇੱਕ ਧਾਤੀ ਵਾਇਰ ਦੇ ਵਿੱਚ ਕਰੰਟ ਕਿਸ ਤਰ੍ਹਾਂ ਫਲੋ ਕਰਦਾ ਹੈ। ਫੋਰ ਫਲੋ ਆਫ ਚਾਰਜ ਇਨ ਏ ਕੰਡਕਟਿੰਗ ਮੈਟੈਲਿਕ ਵਾਇਰ ਦੀ ਗ੍ਰੇਵਿਟੀ ਆਫ ਕੋਰਸ ਹੈਜ਼ ਨੋ ਰੋਲ ਟੂ ਪਲੇ। ਗ੍ਰੇਵਿਟੀ ਦਾ ਇਸ ਵਿੱਚ ਕੋਈ ਰੋਲ ਨਹੀਂ ਹੁੰਦਾ ਕਿ ਜੋ ਕੰਡਕਟਿੰਗ ਵਾਇਰ ਹੈ ਉਸ ਵਿੱਚ ਕਰੰਟ ਫਲੋ ਕਰੇ। The electrons move only if there is a difference of electric pressure called the potential difference along the conductor। ਇਲੈਕਟ੍ਰੋਨ ਤਾਂ ਹੀ ਮੂਵ ਕਰਦੇ ਹਨ ਜਦ ਇਸ ਵਿੱਚ ਇਲੈਕਟ੍ਰੋਨ ਪ੍ਰੈਸ਼ਰ ਦਾ ਡਿਫਰੈਂਸ ਹੋਵੇ, ਅੰਤਰ ਹੋਵੇ, ਜਿਸ ਨੂੰ ਅਸੀਂ ਪੋਟੈਂਸ਼ੀਅਲ ਡਿਫਰੈਂਸ ਕਹਿੰਦੇ ਹਾਂ। This difference of potential may be produced by a battery consisting of one or more electric cell। ਇਹ ਪੋਟੈਂਸ਼ੀਅਲ ਡਿਫਰੈਂਸ ਹੈ ਉਸ ਨੂੰ ਪੈਦਾ ਕੀਤਾ ਜਾ ਸਕਦਾ ਹੈ ਬੈਟਰੀ ਦੇ ਨਾਲ, ਜਿਹੜੀ ਇੱਕ ਜਾਂ ਜ਼ਿਆਦਾ ਸੈੱਲਾਂ ਤੋਂ ਬਣੀ ਹੁੰਦੀ ਹੈ। The chemical action within a cell generates the potential difference across the terminal of the cell even when no current is drawn from it। ਜਦ ਸੈੱਲਾਂ ਨੂੰ ਕਨੈਕਟ ਕੀਤਾ ਜਾਂਦਾ ਹੈ, ਜੋੜਿਆ ਜਾਂਦਾ ਹੈ, ਸਰਕਟ ਦੇ ਐਲੀਮੈਂਟ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਉਸ ਦੇ ਨਾਲ ਜਿਹੜੇ ਚਾਰਜ ਹੈ ਉਹ ਮੋਸ਼ਨ ਦੇ ਵਿੱਚ ਆ ਜਾਂਦੇ ਨੇ ਕੰਡਕਟਰ ਦੇ ਵਿੱਚ, ਜਿਸ ਦੇ ਨਾਲ ਇਲੈਕਟ੍ਰੀਕਲ ਕਰੰਟ ਪ੍ਰੋਡਿਊਸ ਹੁੰਦਾ ਹੈ। In order to maintain the current in a given electric circuit, the cell has to expend its chemical energy stored in it in order to ਕਿ ਇਹਦੇ ਵਿੱਚ ਜੋ ਹੈ ਉਹ ਸਰਕਟ ਦੇ ਵਿੱਚ ਕਰੰਟ ਰਹੇ। ਜਿਹੜਾ ਸੈੱਲ ਹੈ ਉਹਨਾਂ ਨੂੰ ਆਪਣੀ ਕੈਮੀਕਲ ਐਨਰਜੀ ਹੈ, ਜਿਹੜੀ ਰਸਾਇਣਿਕ ਐਨਰਜੀ ਹੈ ਸਟੋਰ ਕੀਤੀ ਹੁੰਦੀ ਹੈ, ਉਸ ਨੂੰ ਐਕਸਪੈਂਡ ਖਰਚਣਾ ਪੈਂਦਾ ਹੈ। ਇਸ ਤਰ੍ਹਾਂ ਇਸ ਪੈਰਾਗ੍ਰਾਫ ਤੋਂ ਅਸੀਂ ਜਾਣਿਆ ਹੈ ਕਿ ਇਲੈਕਟ੍ਰੋਨ ਨੂੰ ਫਲੋ ਕਰਨ ਦੇ ਲਈ, ਵਗਣ ਦੇ ਲਈ ਪੋਟੈਂਸ਼ੀਅਲ ਡਿਫਰੈਂਸ, ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ ਚਾਹੀਦਾ ਹੈ, ਜੋ ਕਿ ਸੈੱਲ ਦੁਆਰਾ ਪ੍ਰੋਡਿਊਸ ਕੀਤਾ ਜਾਂਦਾ ਹੈ। ਸੈੱਲ ਦੀ ਕੈਮੀਕਲ ਐਨਰਜੀ, ਰਸਾਇਣਿਕ ਐਨਰਜੀ ਇਹ ਪੋਟੈਂਸ਼ੀਅਲ ਡਿਫਰੈਂਸ ਪ੍ਰੋਡਿਊਸ ਕਰਦੀ ਹੈ, ਪੈਦਾ ਕਰਦੀ ਹੈ, ਜਿਸ ਨਾਲ ਇਲੈਕਟ੍ਰੋਨ ਕੰਡਕਟਰ ਦੇ ਵਿੱਚ ਚੱਲਦੇ ਨੇ ਜਾਂ ਇਲੈਕਟ੍ਰੋਨ ਸਰਕਟ ਦੇ ਵਿੱਚ ਚੱਲਦੇ ਨੇ ਅਤੇ ਜਿਸ ਨਾਲ ਕਰੰਟ ਪੈਦਾ ਹੁੰਦਾ ਹੈ। We define the electric potential difference between 2 points in an electric circuit carrying some current as the work done to move a unit charge from one point to another। ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ ਨੂੰ ਜੇ ਅਸੀਂ ਪਰਿਭਾਸ਼ਿਤ ਕਰੀਏ ਤਾਂ 2 ਪੁਆਇੰਟਸ ਦੇ ਵਿੱਚ ਜੋ ਇਲੈਕਟ੍ਰਿਕ ਸਰਕਟ ਦੇ ਵਿੱਚ ਹੁੰਦੇ ਹਨ, ਜਿਹੜਾ ਕਰੰਟ ਨੂੰ ਕੁਝ ਕੰਮ ਕਰਨਾ ਪੈਂਦਾ ਹੈ ਇੱਕ ਯੂਨਿਟ ਚਾਰਜ ਨੂੰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਮੂਵ ਕਰਨ ਦੇ ਲਈ, ਉਸ ਨੂੰ ਹੀ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ ਕਿਹਾ ਜਾਂਦਾ ਹੈ। Potential difference V between 2 points is equal to work done W upon charge Q। In other words, V is equal to W upon Q। Potential difference V बराबर ਹੁੰਦਾ ਹੈ W work done बटे Q charge। The SI unit of electric potential difference is volt, named after L.S. Zonda volt 1745 to 1827 an Italian physicist। जो SI यूनिट है इलैक्ट्रिक पोटेंशियल डिफरेंस का वो V वोल्ट है, जिसका नाम साइंटिस्ट इटैलियन जिहड़ा साइंटिस्ट है उसके नाम से रखा गया है। पोटेंशियल डिफरेंस V बराबर है वर्क डन W बटे चार्ज Q। The SI unit of electric potential difference is volt। जो SI
ਯੂਨਿਟ ਹੈ ਇਲੈਕਟ੍ਰਿਕ ਪੋਟੈਂਸ਼ੀਅਲ ਦਾ ਉਹ ਵੋਲਟ ਵੀ ਹੈ। 1 volt is the potential difference between 2 points in a current carrying conductor when 1 joule of work is done to move a charge of 1 coulomb from one point to another। 1 volt उस potential difference ਦੇ ਬਰਾਬਰ ਹੈ ਜੋ ਇੱਕ ਕਰੰਟ ਕੈਰਿੰਗ ਕੰਡਕਟਰ ਜਿਸ ਦੇ ਵਿੱਚੋਂ ਬਿਜਲੀ ਲੰਘ ਰਹੀ ਹੈ ਉਹ 1 ਜੂਲ ਕਾਰਜ ਕਰਦਾ ਹੈ, 1 ਜੂਲ ਕੰਮ ਕਰਦਾ ਹੈ ਜਦ ਉਹ 1 ਕੂਲਮ ਚਾਰਜ ਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਲੈ ਕੇ ਜਾਂਦਾ ਹੈ। Therefore, 1 volt is equal to 1 joule upon coulomb और 1V is equal to 1J upon C। ਇਸ ਤਰ੍ਹਾਂ ਜਿਹੜਾ 1 ਵੋਲਟ ਹੈ ਉਸ ਦੀ ਕੀਮਤ ਜੂਲ ਪਰ ਕੂਲਮ ਹੋ ਜਾਂਦੀ ਹੈ। The potential difference is measured by means of an instrument called the voltmeter। जो potential difference है उसਨੂੰ voltmeter ਨਾਲ ਮੇਅਰ ਕੀਤਾ ਜਾਂਦਾ ਹੈ, ਨਾਪਿਆ ਜਾਂਦਾ ਹੈ। The voltmeter is always connected in parallel across the point between which the potential difference is to be measured। ਸਟੂਡੈਂਟਸ ਇਸ ਪੁਆਇੰਟ ਨੂੰ ਨੋਟ ਕਰਨਾ ਹੈ ਕਿ ਜਦ ਅਸੀਂ ਐਮੀਟਰ ਬਾਰੇ ਪੜ੍ਹਿਆ ਸੀ ਤਾਂ ਉਸ ਵਿੱਚ ਅਸੀਂ ਐਮੀਟਰ ਨੂੰ ਸੀਰੀਜ਼ ਵਿੱਚ ਲਗਾਇਆ ਸੀ। ਐਗਜ਼ਾਮਪਲ 12.2 ਹਾਊ ਮਚ ਵਰਕ ਇਜ਼ ਡਨ in moving a charge of 2 coulomb across 2 points having a potential difference 12 volt। ਸਟੂਡੈਂਟ ਸਾਨੂੰ ਜੋ ਦਿੱਤਾ ਹੋਇਆ ਹੈ ਜੋ ਗਿਵਨ ਹੈ Q is equal to 2 ਕੂਲਮ ਹੈ ਐਂਡ ਜੋ ਸਾਡੇ ਕੋਲ ਵੋਲਟੇਜ ਹੈ ਜਿਸ ਨੂੰ ਪੋਟੈਂਸ਼ੀਅਲ ਡਿਫਰੈਂਸ ਕਹਿੰਦੇ ਨੇ ਉਹ 12 ਵੋਲਟ ਹੈ ਅਤੇ ਸਾਡੇ ਕੋਲ ਜੋ ਫਾਰਮੂਲਾ ਹੈ ਵਰਕ ਕਰਨ ਦਾ ਉਹ W is equal to V into Q ਹੈ। ਅਸੀਂ ਇਹਨਾਂ ਦੋਨਾਂ ਵੈਲਿਊਆਂ ਨੂੰ ਮਲਟੀਪਲਾਈ ਕਰਨਾ ਹੈ ਅਤੇ ਸਾਡੇ ਕੋਲ ਵਰਕ ਡਨ 24 ਜੂਲ ਆ ਜਾਵੇਗਾ। Question number 1 Name a device that helps to maintain a potential difference across a conductor। ਉਸ ਡਿਵਾਈਸ ਦਾ ਨਾਮ ਦੱਸਣਾ ਹੈ ਜੋ ਕੰਡਕਟਰ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਨੂੰ ਮੇਨਟੇਨ ਰੱਖਦਾ ਹੈ। ਸਟੂਡੈਂਟਸ ਇਸ ਦਾ ਆਨਸਰ ਬੈਟਰੀ ਜਾਂ ਸੈੱਲ ਹੈ ਜੋ ਪੋਟੈਂਸ਼ੀਅਲ ਡਿਫਰੈਂਸ ਨੂੰ ਕੰਡਕਟਰ ਦੇ ਵਿੱਚ ਮੇਨਟੇਨ ਰੱਖਦਾ ਹੈ। Question number 2 What is meant by saying that potential difference between 2 points is 1 volt। ਇਸ ਦਾ ਕੀ ਮਤਲਬ ਹੈ ਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਪੋਟੈਂਸ਼ੀਅਲ ਡਿਫਰੈਂਸ 2 ਪੁਆਇੰਟਸ ਦੇ ਵਿੱਚ 1 ਵੋਲਟ ਹੈ। One volt is the potential difference between 2 points in a current carrying conductor when 1 joule of work is done to moving a charge of 1 coulomb from one point to another। 1 volt ਉਹ ਪੋਟੈਂਸ਼ੀਅਲ ਡਿਫਰੈਂਸ ਹੈ ਜੋ 1 ਕੂਲਮ ਚਾਰਜ ਨੂੰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਲੈਣ ਲਈ 1 ਜੂਲ ਕਾਰਜ ਕਰਦਾ ਹੈ। Question number 3 How much energy is given to each coulomb of charge passing through a 6 volt battery। ਕਿੰਨੀ ਐਨਰਜੀ ਹਰ ਕੂਲਮ ਨੂੰ ਦਿੱਤੀ ਜਾਵੇਗੀ ਜੋ 6 ਵੋਲਟ ਦੀ ਬੈਟਰੀ 'ਚੋਂ ਪਾਸ ਹੋਵੇਗਾ। ਇਸ ਦੇ ਵਿੱਚ ਅਸੀਂ ਐਨਰਜੀ ਫਾਈਂਡ ਕਰਨੀ ਹੈ ਜਾਂ ਫਿਰ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਸੀਂ ਵਰਕ ਫਾਈਂਡ ਕਰਨਾ ਹੈ। ਵਰਕ ਫਾਈਂਡ ਕਰਨ ਦੇ ਲਈ ਉਹ ਫਾਰਮੂਲਾ ਹੀ ਲੱਗੇਗਾ ਜੋ ਐਗਜ਼ਾਮਪਲ 12.2 ਦੇ ਵਿੱਚ ਹੈ ਵਰਕ ਇਜ਼ ਇਕੁਅਲ ਟੂ V into Q। ਸਟੂਡੈਂਟ V ਸਾਡੇ ਕੋਲ ਜੋ ਵੋਲਟੇਜ ਹੈ ਉਹ 6 ਵੋਲਟ ਦਿੱਤਾ ਹੋਇਆ ਹੈ ਅਤੇ ਜੋ Q ਹੈ ਚਾਰਜ ਉਹ 1 ਕੂਲਮ ਦਿੱਤਾ ਹੋਇਆ ਹੈ ਅਤੇ ਇਹ ਸਾਡੇ ਕੋਲ ਅਬਵ ਐਗਜ਼ਾਮਪਲ ਦੇ ਤੌਰ 'ਤੇ ਸੋਲਵ ਹੋ ਜਾਵੇਗਾ।